ਤੀਜਾ ਗੁਜਰੀ ਜਾਤ ਗਵਾਰ, ਜਾਂ ਸੋ ਪਾਏ ਆਪਣਾ। ਗੁਰ ਕੈ ਸ਼ਬਦ ਵਿਚਾਰ, ਅਨ ਦਿਨ ਹਰ ਜਪ ਜਪਣਾ। ਜਿਸ ਸਤਿਗੁਰ ਮਿਲੈ ਤਿਸ ਭਉ ਪਵੈ, ਸਾ ਕੁਲਵੰਤੀ ਨਾਰ। ਸਾ ਹੁਕਮ ਪਛਾਣੈ ਕੰਤ ਕਾ, ਜਿਸਨੂੰ ਕਿਰਪਾ ਕੀਤੀ ਕਰਤਾਰ। ਓ ਕੁਚੱਜੀ ਕੁਲੱਖਣੀ, ਪਰ ਹਰ ਛੋਡੀ ਪਤਾਰ। ਪੈ ਪਈਐ ਮਲ ਘਟੀਐ, ਨਿਰਮਲ ਹੋਵੈ ਸਰੀਰ। ਅੰਤਰ ਪ੍ਰਗਾਸ ਮਤ ਊਤਮ ਹੋਵੈ, ਹਰ ਜਪ ਗੁਣੀ ਗਹੀਰ। ਭੈ ਵਿੱਚ ਬੈਸੈ ਭੈ ਰਹੈ, ਭੈ ਵਿੱਚ ਕਮਾਵੈ ਕਾਰ। ਐਥੈ ਸੁਖ ਵਡਿਆਈਆਂ, ਦਰਗਾਹ ਮੋਖ ਦੁਆਰ। ਭੈ ਤੇ ਨਿਰਭਉ ਪਾਈਐ, ਮਿਲ ਜੋਤੀ ਜੋਤ ਅਪਾਰ। ਨਾਨਕ ਖਸਮੈ ਭਾਵੈ ਸਾ ਭਲੀ, ਜਿਸਨੂੰ ਆਪ ਬਖਸ਼ੇ ਕਰਤਾਰ। ਮਹਿਲਾ ਤੀਜਾ ਸਦਾ ਸਦਾ ਸਾਲਾਈਐ, ਸੱਚੇ ਕੋ ਭਲ ਜਾਉ। ਨਾਨਕ ਏਕ ਛੋੜ ਦੂਜੈ ਲਗੈ, ਸਾ ਜੇਵਾ ਜਲ ਜਾਓ। ਪੌੜੀ ਅੰਸਾ ਅਵਤਾਰ ਉਪਾਇਓਨ, ਭਾਉ ਦੂਜਾ ਕੀਆ। ਜਿਉ ਰਾਜੇ ਰਾਜ ਕਮਾਵੰਦੇ, ਦੁੱਖ ਸੁਖ ਭਿੜੀਆ। ਈਸ਼ਰ ਬ੍ਰਹਮਾ ਸੇਵੰਦੇ, ਅੰਤ ਤਿਨੀ ਨਾ ਲਹੀਆ। ਨਿਰਭਉ ਨਿਰੰਕਾਰ ਅਲਖ ਹੈ, ਗੁਰਮੁਖ ਪ੍ਰਗਟੀਆ। ਤਿਥੈ ਸੋਗ ਵਿਜੋਗ ਨ ਵਿਆਪਈ, ਅਸਥਿਰ ਜਗ ਥੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ, ਆਪ ਜੀ ਨੇ ਧੰਨ ਧੰਨ ਗੁਰੂ ਅਮਰਦਾਸ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਲੋਕ ਤਥਾ 2 ਸ਼ਲੋਕ ਅਤੇ ਪੌੜੀ ਦਾ ਪਾਠ ਸੁਣੇ। ਜਦੋਂ ਦਾਸ ਪਾਠ ਕਰਨ ਤੋਂ ਬਾਅਦ ਵਿਚਾਰ ਕਰਨ ਵਾਲੇ ਪਾਸੇ ਤੁਰੇ, ਤਾਂ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਕਿ ਮੈਨੂੰ ਅੱਜ ਤੀਕਰ ਇਸ ਪਹਿਲੀ ਪੰਕਤੀ ਦੇ ਅਰਥ ਸਮਝ ਨਹੀਂ ਆਏ। ਕਿਤਨਾ ਲੰਬਾ ਸਮਾਂ ਹੋ ਗਿਆ ਪਾਠ ਕਰਦੇ, ਔਰ ਮੇਰੇ ਵਰਗੇ ਕਿਤਨੇ ਪਾਠੀ ਪਾਠ ਕਰ ਰਹੇ ਨੇ। ਇਹ ਗੱਲ ਤੇ ਪੱਥਰ ਤੇ ਲੀਕ ਹੈ ਕਿ ਬਾਣੀ ਦੀ ਵਿਚਾਰ ਕੀਤੇ ਤੋਂ ਬਿਨਾਂ ਬਾਣੀ ਦੀ ਸਮਝ ਨਹੀਂ ਆ ਸਕਦੀ। ਹੁਣ ਜਦੋਂ ਟੀਕਾਕਾਰਾਂ ਦੇ ਅਰਥ ਪੜ੍ਹੇ, ਉਹਨਾਂ ਵਿੱਚ ਵੀ ਇੱਕ ਸਾਰਤਾ ਨਹੀਂ ਹੈ। ਕੋਈ ਤਾਂ ਜਾਤ ਦੇ ਅਰਥ ਜਾਂਦੇ ਕਰ ਰਿਹਾ, ਤੇ ਕੋਈ ਜਾਤ ਦੇ ਅਰਥ ਜਾਤ ਕਰ ਰਿਹਾ। ਇਹ ਵੀ ਲਾਜ਼ਮੀ ਹੈ ਕਿ ਜਦੋਂ ਕਿਸੇ ਇੱਕ ਅੱਖਰ ਜਾਂ ਇੱਕ ਪੰਕਤੀ ਦੇ ਕਈ ਅਰਥ ਕੀਤੇ ਜਾਣ, ਤੇ ਜਿਹੜਾ ਆਮ ਸਰੋਤਾ ਹੈ, ਜਗਿਆਸੂ ਹੈ, ਉਹ ਸਸਪੈਂਸ ਵਿੱਚ ਪੈ ਜਾਂਦਾ, ਕਿਹੜਾ ਠੀਕ ਹੈ ਕਿਹੜਾ ਗਲਤ। ਪਰ ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ, ਕਿਉਂਕਿ ਹਰ ਗੱਲ ਨੂੰ ਵਿਆਕਰਨ ਕਸਵੱਟੀ ਤੇ ਪਰਖ ਕੇ ਕਰਨ ਦਾ ਯਤਨ ਕੀਤਾ, ਇਸ ਲਈ ਗੱਲ ਸਮਝ ਆ ਜਾ। ਜਿੱਥੇ ਤੇ ਜਾਤ ਦੀ ਗੱਲ ਹੈ ਜਾਣਾ,
ਉਹ ਜਾਤ ਗੁਰਬਾਣੀ ਵਿੱਚ ਕਈ ਜਗ੍ਹਾ ਆ। ਉਹਦੇ ਸਪੈਲਿੰਗ ਨੇ ਜੱਜੇ ਨੂੰ ਜਾਕ ਨਾ ਤੱਤਾ ਜਾਤ, ਜਿਵੇਂ ਬਹਿਤੀ ਜਾਤ ਕਦੇ ਦਿਸ਼ ਨਾ ਧਾਰ। ਪਰ ਇਸ ਜਾਤ ਦੇ ਤੱਤੇ ਨੂੰ ਸਿਆਰੀ ਲੱਗੀ ਹੋਈ, ਇਹਨੂੰ ਅਸੀਂ ਉਹ ਜਾਤ ਨਹੀਂ ਕਰ ਸਕਦੇ। ਕਈਆਂ ਨੇ ਇਹਨੂੰ ਗੁਜਰੀ ਅਰਥ ਵੀ ਕਰ ਦਿੱਤੇ, ਪਰ ਇੱਥੇ ਗੱਗੇ ਨੂੰ 2 ਔਂਕੜ ਲੱਗੇ ਨੇ, ਇਸ ਲਈ ਗੁਜਰੀ ਵੀ ਨਹੀਂ ਹੋ ਸਕਦੀ। ਗੁਜਰੀ ਜਾਤ ਗਵਾਰ। ਹੁਣ ਕੁਝ ਵਿਦਵਾਨਾਂ ਨੇ ਇਹ ਵੀ ਲਿਖਿਆ ਕਿ ਸ੍ਰੀ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਵਿੱਚ ਕਿਸੇ ਰਾਗੀ ਸਿੰਘ ਨੇ ਗੁਜਰੀ ਰਾਗ ਦਾ ਉਚਾਰਨ ਕੀਤਾ, ਗਾਇਆ। ਸੁਣਨ ਵਾਲਿਆਂ ਨੂੰ ਬੜਾ ਆਨੰਦ ਆਇਆ। ਉਹਨਾਂ ਨੇ ਬੜੀ ਸਿਫਤ ਕੀਤੀ। ਪਰ ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ, ਭਾਈ ਇਸ ਰਾਗ ਦੇ ਗਾਉਣ ਦਾ ਫਾਇਦਾ ਤੇ ਤਾਂ ਹੈ ਜੇ ਗਾਉਣ ਵਾਲਾ ਪਰਮਾਤਮਾ ਨੂੰ ਪਾ ਲਵੇ। ਗੱਲ ਕੀ ਇਸ ਤਰ੍ਹਾਂ ਜੇ ਟੀਕਾਕਾਰਾਂ ਦੇ ਅਰਥਾਂ ਨੂੰ ਲੈ ਕੇ ਤੁਰੀਏ ਤੇ ਅਸੀਂ ਉਲਝ ਜਾਵਾਂਗੇ। ਗੁਰੂ ਅਮਰਦਾਸ ਜੀ ਦਾ ਆਸ਼ਾ ਕੀ, ਕਿਉਂਕਿ ਗੁਜਰੀ ਇੱਕ ਰਾਗ ਦਾ ਨਾਮ ਵੀ ਹੈ, ਜੋ ਦੀਪਕ ਰਾਗ ਦੀ ਰਾਗਣੀ ਕਿਹਾ ਜਾਂਦਾ। ਰਾਗਮਾਲਾ ਵਿੱਚ ਵੀ ਇਸ ਦਾ ਜ਼ਿਕਰ ਆਉਂਦਾ ਹੈ। ਪਰ ਆਪਾਂ ਇਸ ਬਹੁਤੀ ਡੂੰਘੀ ਵਿਚਾਰ ਵਿੱਚ ਨਾ ਜਾਂਦੇ ਹੋਏ ਜੋ ਅਰਥ ਬਣਦੇ ਨੇ ਉਹਨੂੰ ਸਮਝਣ ਦਾ ਯਤਨ ਕਰੀਏ। ਪਾਤਸ਼ਾਹ ਕਹਿੰਦੇ ਨੇ ਗੁਜਰ ਦੀ ਇਸਤਰੀ ਨੂੰ ਗੁਜਰੀ ਕਿਹਾ ਜਾਂਦਾ। ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਦੁਆਪਰ ਵਿੱਚ ਹੋਏ ਤੇ ਜਿਹੜੀਆਂ ਗੁਜਰੀਆਂ ਸਨ, ਗੁਜਰਾਂ ਦੀਆਂ ਘਰ ਵਾਲੀਆਂ, ਇਸ਼ਾਰਾ ਹੈ ਚੰਦਰਾਵਲ ਦਾ ਤੇ ਕੁਝ ਹੋਰ ਉਹਨਾਂ ਇਸਤਰੀਆਂ ਦਾ ਜਿਨ੍ਹਾਂ ਨੇ ਸ਼੍ਰੀ ਕ੍ਰਿਸ਼ਨ ਜੀ ਦੇ ਨਾਲ ਪਿਆਰ ਕੀਤਾ। ਗੁਰੂ ਅਮਰਦਾਸ ਜੀ ਇਸ ਚੱਕਰ ਵਿੱਚ ਨਹੀਂ ਪੈਂਦੇ। ਉਹ ਕਹਿੰਦੇ ਨੇ ਕਹਿਣ ਨੂੰ ਗੁਜਰੀ ਜਾਤ ਗਵਾਰ ਕਹੀ ਜਾਂਦੀ। ਗਵਾਰ ਦਾ ਮਤਲਬ ਹੈ ਮੋਟੀ ਜਾਤ, ਕਿਉਂਕਿ ਜਾਤਾਂ ਦੇ ਸਮਾਜ ਵਿੱਚ ਅਸੀਂ ਦੇਖਦੇ ਹਾਂ ਲੋਕ ਬੜੀ ਜਾਤਾਂ ਪਾਤਾਂ ਦੀ ਪਰਖ ਕਰਦੇ ਨੇ। ਭਾਵੇਂ ਗੁਰੂ ਘਰ ਵਿੱਚ ਸਪਸ਼ਟ ਹੈ ਕਿ ਜਾਣੋ ਜੋਤ ਨਾ ਪੁੱਛੋ ਜਾਤੀ। ਭਾਈ ਜਾਤਾਂ ਦੀ ਗੱਲ ਨਾ ਕਰੋ। ਪਰ ਇੱਥੇ ਮਹਾਰਾਜ ਦੇ ਜਿਹੜਾ ਕਹਿਣ ਦਾ ਭਾਵ ਹੈ ਕਿ ਨੀਵੀਂ ਜਾਤ ਵੀ ਉੱਚੀ ਹੋ ਸਕਦੀ। ਕਦੋਂ? ਜੇ ਆਪਣੇ ਪਤੀ ਨਾਲ ਪਿਆਰ ਕਰੇ। ਦੇਖੋ ਉਹਨਾਂ ਗੁਜਰੀਆਂ ਨੇ ਜਿਨ੍ਹਾਂ ਦਾ ਸ਼੍ਰੀ ਕ੍ਰਿਸ਼ਨ ਜੀ ਨਾਲ ਸਨੇਹ ਹੈ, ਪਿਆਰ ਹੈ, ਸੰਬੰਧ ਹੈ। ਅੱਜ ਜਿੱਥੇ ਸ਼੍ਰੀ ਕ੍ਰਿਸ਼ਨ ਜੀ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਇਸਤਰੀਆਂ ਦਾ ਵੀ ਜ਼ਿਕਰ ਆਉਂਦਾ ਹੈ ਤੇ ਉਹ ਗੁਜਰਾਂ ਦੀਆਂ ਹੀ ਇਸਤਰੀਆਂ ਧੀਆਂ ਭੈਣ, ਪਰ ਅੱਜ ਉਹਨਾਂ ਦਾ ਨਾਮ ਸ਼੍ਰੀ ਕ੍ਰਿਸ਼ਨ ਜੀ ਦੁਆਪਰ ਯੁੱਗ ਦੇ ਅਵਤਾਰ ਦੇ ਨਾਲ ਜੋੜਿਆ ਜਾਂਦਾ। ਲਓ ਗੱਲ ਹੁਣ ਸਾਡੀ ਥੋੜ੍ਹੀ ਜਿਹੀ ਸਮਝ ਵਿੱਚ ਆਈ। ਪਾਤਸ਼ਾਹ ਕਹਿੰਦੇ ਨੇ ਉਹ ਇਸਤਰੀ ਹੀ ਉੱਚੀ ਜਾਤ ਵਾਲੀ ਹੈ ਜਿਸ ਨੇ ਆਪਣੇ ਜੀਵਨ ਵਿੱਚ ਆਪਣੇ ਪਰਮਾਤਮਾ ਪਤੀ ਨੂੰ ਪ੍ਰਾਪਤ ਕਰ ਲਿਆ। ਗੁਜਰੀ ਜਾਤ ਗਵਾਰ ਜਾਂ ਸ਼ਉ ਪਾਏ ਆਪਣਾ, ਜੇ ਆਪਣੇ ਪਤੀ ਪਰਮੇਸ਼ਵਰ ਨੂੰ ਪਾ ਲਵੇ। ਹੁਣ ਇਹਨੂੰ ਹੋਰ ਰਿੜਕਣਾ ਪਵੇ, ਕਿਉਂਕਿ ਅਸੀਂ ਜਾਤ ਤੇ ਜਾਤ ਦਾ ਫਰਕ ਕੱਢਣਾ। ਇੱਥੇ ਜਾਤ ਦਾ ਅਰਥ ਹੈ ਜਾਤੀ। ਇਹ ਜਾਤ ਜਾਣ ਦੀ ਗੱਲ ਨਹੀਂ ਹੋ ਸਕਦੀ, ਕਿਉਂਕਿ ਬਾਣੀ ਵਿੱਚੋਂ ਸੇਧ ਮਿਲਦੀ। ਬਹਿਤੀ ਜਾਤ ਕਦੇ ਦਿਸ਼ ਨਾ ਧਾਰ,
ਉੱਥੇ ਜਾਤ ਤੱਤਾ ਮੁਕਤਾ। ਇੱਥੇ ਜਾਤ ਦੇ ਤੱਤੇ ਨੂੰ ਸਿਆਰੀ। ਗੂਜਰੀ ਜਾਤ ਗਵਾਰ ਜਾਂ ਸੌ ਪਾਏ ਆਪਣਾ। ਪਹਿਲਾਂ ਤੇ ਵਾਕਈ ਉਹ ਗਵਾਰ ਜਾਤ ਵਿੱਚੋਂ ਕਹੀਆਂ ਜਾਂਦੀਆਂ, ਪਰ ਜਦੋਂ ਸ਼੍ਰੀ ਕ੍ਰਿਸ਼ਨ ਜੀ ਦੇ ਨਾਲ ਉਹਨਾਂ ਦਾ ਸਨੇਹ ਹੋਇਆ, ਉਹਨਾਂ ਨੇ ਭਗਤੀ ਕੀਤੀ, ਅੱਜ ਉਹਨਾਂ ਦਾ ਵੀ ਦਰਜਾ ਉੱਚਾ ਹੋ। ਇਸੇ ਤਰ੍ਹਾਂ ਜਿਹੜੀ ਜਗਿਆਸੂ ਜੀਵ ਇਸਤਰੀ ਮਨੁੱਖਾ ਜਨਮ ਵਿੱਚ ਆ ਕੇ ਉਸ ਪਰਮਾਤਮਾ ਪਤੀ ਨਾਲ ਪਿਆਰ ਕਰ ਲੈਂਦੀ, ਉਹ ਭਾਵੇਂ ਕਿਸੇ ਜਾਤ ਵਿੱਚੋਂ ਹੋਵੇ। ਬਾਣੀ ਗੁਰੂ ਜੀ ਤੇ ਮੰਨਦੇ ਨੇ, ਜਿਸ ਨੀਚ ਕੋ ਕੋਈ ਨ ਜਾਣੇ, ਨਾਮ ਜਪਤ ਉਹ ਚੌਂ ਕੁੰਟ ਮਾਨੇ। ਉਹਦੀ ਪਦਵੀ ਉੱਚੀ ਹੋ ਜਾਂਦੀ। ਇਸੇ ਤਰ੍ਹਾਂ ਇਸਤਰੀਆਂ ਦੇ ਸਮਾਜ ਵਿੱਚ ਵੀ ਜਿਹੜੀ ਇਸਤਰੀ ਦੀ ਆਪਣੇ ਪਤੀ ਨਾਲ ਬਣ ਆਵੇ, ਉਹ ਸੁਹਾਗਣ ਹੈ। ਉਹਦੀ ਸਹੁਰੇ ਪੇਕੇ ਘਰ ਸ਼ੋਭਾ ਹੁੰਦੀ। ਗੂਜਰੀ ਜਾਤ ਗਵਾਰ ਜਾਂ ਸੋ ਪਾਏ ਆਪਣਾ। ਜੇ ਉਹ ਆਪਣੇ ਪਤੀ ਨੂੰ ਪਾ ਲਵੇ, ਹੁਣ ਸਾਡਾ ਸਾਰਿਆਂ ਦਾ ਪਤੀ ਪਰਮਾਤਮਾ ਹੈ। ਪਰਮਾਤਮਾ ਪਤੀ ਨੂੰ ਪਾ ਲੈਣ ਕਰਕੇ ਸਾਡੀ ਜਾਤ ਉਹ ਹੋ ਜਾਏਗੀ ਜੋ ਪਰਮਾਤਮਾ ਦੀ ਜਾਤ ਹੈ। ਗੂਜਰੀ ਜਾਤ ਗਵਾਰ ਜਾਂ ਸੋ ਪਾਏ ਆਪਣਾ। ਗੁਰ ਕੈ ਸ਼ਬਦ ਵਿਚਾਰ ਅਨ ਦਿਨ ਹਰ ਜਪ ਜਾਪਣਾ। ਗੁਰ ਕੇ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ, ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਜਿਹੜੀ ਜੀਵ ਇਸਤਰੀ ਅਨ ਦਿਨ ਹਰ ਜਪ ਜਾਪਣਾ, ਹਰ ਰੋਜ਼ ਹਰੀ ਦੇ ਜਾਪ ਨੂੰ ਜਪਦੀ ਹੈ, ਉਹਦਾ ਸਿਮਰਨ ਕਰਦੀ। ਜਿਸ ਸਤਿਗੁਰ ਮਿਲੈ ਤਿਸ ਭਉ ਪਵੈ, ਸਾ ਕੁਲਵੰਤੀ ਨਾਰ। ਆਖਿਆ ਜਿਸ ਜੀਵ ਇਸਤਰੀ ਨੂੰ ਸਤਿਗੁਰੂ ਦਾ ਮਿਲਾਪ ਹੋ ਜਾਂਦਾ, ਭਾਵ ਜਿਹੜੀ ਸਤਿਗੁਰੂ ਦੇ ਦੱਸੇ ਰਾਹ ਤੇ ਚੱਲਦੀ, ਉਹਦੇ ਅੰਦਰ ਪਰਮਾਤਮਾ ਪਤੀ ਦਾ ਡਰ ਪੈਦਾ ਹੋ ਜਾਂਦਾ। ਇਹ ਜਿਹੜਾ ਡਰ ਹੈ ਨਾ, ਇਹ ਬੜੀ ਉੱਤਮ ਚੀਜ਼ ਹੈ। ਇਹ ਬੰਦੇ ਨੂੰ ਗਲਤੀਆਂ ਤੋਂ ਬਚਾਉਂਦਾ ਹੈ। ਇਹ ਬੰਦੇ ਨੂੰ ਗਲਤ ਰਸਤੇ ਜਾਣ ਤੋਂ ਰੋਕਦਾ ਹੈ। ਇਹ ਭਉ ਜਿਹੜਾ ਹੈ ਨਾ, ਇਸੇ ਨੂੰ ਧਾਰਨ ਕਰਕੇ ਭਾਵ ਬਣਦਾ ਹੈ। ਭਉ ਦਾ ਮਤਲਬ ਹੈ ਡਰ ਤੇ ਭਾਵ ਦਾ ਮਤਲਬ ਹੈ ਪ੍ਰੇਮ। ਜਿਸ ਸਤਿਗੁਰ ਮਿਲੈ ਤਿਸ ਭਉ ਪਵੈ, ਉਹਨੂੰ ਪਰਮਾਤਮਾ ਦਾ ਨਿਰਮਲ ਡਰ ਪੈ ਜਾਂਦਾ। ਇਹ ਠੀਕ ਹੈ ਕਿ ਅਸੀਂ ਆਨੰਦ ਕਾਰਜ ਵੇਲੇ 4 ਲਾਵਾਂ ਪੜ੍ਹਦੇ, ਪਰ ਉਹਨਾਂ ਦੀ ਵਿਚਾਰ ਨਹੀਂ ਹੁੰਦੀ, ਬਸ ਐਵੇਂ ਰਸਮੀ ਤੌਰ ਤੇ ਪੜ੍ਹਦੇ। ਜੇ ਉਹਨਾਂ ਨੂੰ ਧਿਆਨਪੂਰਵਕ ਪੜ੍ਹ ਲਈਏ ਤੇ ਉਹਦੇ ਵਿੱਚ ਵੀ ਇਹੀ ਗੱਲ ਸਮਝਾਈ। ਨਿਰਭਉ ਹੋਣ ਵਾਸਤੇ ਭਉ ਧਾਰਨ ਕਰਨਾ ਪੈਂਦਾ। ਜਿਸ ਸਤਿਗੁਰ ਮਿਲੈ ਤਿਸ ਭਉ ਪਵੈ, ਸਾ ਕੁਲਵੰਤੀ ਨਾਰ। ਕੁਲਵੰਤੀ ਦਾ ਮਤਲਬ ਹੈ ਕੁਲ ਵਾਲੀ। ਉਹ ਇਸਤਰੀ ਫਿਰ ਕੁਲ ਵਾਲੀ ਬਣ ਜਾਂਦੀ। ਉਹਦੇ ਪੇਕਿਆਂ ਦੀ ਵੀ ਸ਼ੋਭਾ ਹੁੰਦੀ ਹੈ, ਉਹਦੇ ਖਾਨਦਾਨ ਦੀ ਸ਼ੋਭਾ ਹੁੰਦੀ। ਬੜੀ ਡੂੰਘੀ ਗੱਲ ਹੈ। ਗੂਜਰੀ ਜਾਤ ਗਵਾਰ ਜਾਂ ਸੋ ਪਾਏ ਆਪਣਾ। ਗੁਰ ਕੈ ਸ਼ਬਦ ਵਿਚਾਰ ਅਨ ਦਿਨ ਹਰ ਜਪ ਜਾਪਣਾ। ਜਿਸ ਸਤਿਗੁਰ ਮਿਲੈ ਤਿਸ ਭਉ ਪਵੈ, ਸਾ ਕੁਲਵੰਤੀ ਨਾਰ। ਸਾ ਹੁਕਮ ਪਛਾਣੈ ਕੰਤ ਕਾ, ਜਿਸਨੂੰ ਕਿਰਪਾ ਕੀਤੀ ਕਰਤਾਰ। ਹੁਣ ਇੱਥੇ ਕਰਤਾਰ ਦੇ ਰਾਰੇ ਨੂੰ ਸਿਆਰੀ ਹੈ। ਜਿਹਦੇ ਉੱਤੇ ਕਰਤਾਰ ਨੇ ਕਿਰਪਾ ਕਰ ਦਿੱਤੀ, ਉਹਦੀ ਪਛਾਣ ਕੀ ਹੈ? ਸਾ ਹੁਕਮ ਪਛਾਣੈ ਕੰਤ ਕਾ। ਉਹ ਫਿਰ ਆਪਣੇ ਮਾਲਕ ਦੇ ਹੁਕਮ ਨੂੰ ਪਛਾਣ, ਉਹ ਆਪਣੇ ਪਤੀ ਦੀ ਆਗਿਆ ਵਿੱਚ ਚੱਲਦੀ। ਤਾਂ ਹੀ ਧੰਨ ਗੁਰੂ ਅਮਰਦਾਸ ਜੀ ਨੇ ਕਿਹਾ,
ਅਸੀਂ ਆਨੰਦ ਕਾਰਜ ਵੇਲੇ ਕਹਿੰਦੇ ਹਾਂ, ਧਨ ਫਿਰ ਇਹ ਨਾ ਆਖੀਆਂ, ਬਹਿਨ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ, ਧਨ ਫਿਰ ਕਹੀਐ ਸੋਏ। ਜਾਂ ਸਾ ਹੁਕਮ ਪਛਾਣੈ ਕੰਤ ਕਾ, ਜਿਸਨੂੰ ਕਿਰਪਾ ਕੀਤੀ ਕਰਤਾਰ। ਜਿਹਦੇ ਉੱਤੇ ਕਰਤਾਰ ਦੀ ਕਿਰਪਾ ਹੋ ਜਾਂਦੀ, ਉਹਦੇ ਅੰਦਰ ਪਤੀ ਦਾ ਡਰ, ਜਿਹਨੂੰ ਪਤੀ ਦਾ ਡਰ ਹੈ, ਉਹ ਕੋਈ ਗਲਤ ਕੰਮ ਨਹੀਂ ਕਰਦੀ। ਮੇਰੇ ਪਤੀ ਨੂੰ ਕੋਈ ਉਲਾਂਭਾ ਨਾ ਦੇਵੇ, ਮੇਰਾ ਪਤੀ ਮੈਨੂੰ ਨਾਰਾਜ਼ ਨਾ ਹੋਵੇ। ਲਓ ਹੁਣ ਦੂਜਾ ਪੱਖ ਦੇਖ ਲਓ, ਜਿਹਨੇ ਹੁਕਮ ਨਹੀਂ ਮੰਨਿਆ, ਜਿਹਦੇ ਅੰਦਰ ਪਰਮਾਤਮਾ ਪਤੀ ਦਾ ਡਰ ਨਹੀਂ, ਉਹ ਕੁਚੱਜੀ, ਕੁਲੱਖਣੀ, ਪਰ ਹਰ ਛੋਡੀ ਪਧਾਰ। ਉਹਨੂੰ ਕੀ ਕਿਹਾ ਜਾਂਦਾ? ਕੁਚੱਜੀ, ਕੁਲੱਖਣੀ, ਭੈੜੇ ਲੱਛਣਾਂ ਵਾਲੀ। ਉਹਨਾਂ ਨੂੰ ਪਤੀ ਪਸੰਦ ਨਹੀਂ ਕਰਦਾ। ਪਰ ਹਰ ਛੋਡੀ ਪਧਾਰ, ਪਧਾਰ ਕਹੀਏ, ਪਤੀ ਨੇ ਉਹਨੂੰ ਤਿਆਗ ਦਿੱਤਾ, ਕਿਉਂਕਿ ਉਹਦੇ ਜੀਵਨ ਵਿੱਚ ਉਹ ਗੁਣ ਨਹੀਂ ਹੈ। ਹੁਣ ਪਾਤਸ਼ਾਹ ਫਿਰ ਕਿਰਪਾ ਕਰਦੇ, ਕਹਿੰਦੇ ਨੇ ਭੈ ਪਏ ਮਲ ਕੱਟੀਐ, ਨਿਰਮਲ ਹੋਵੇ ਸਰੀਰ। ਸਾਧ ਸੰਗਤ, ਮੈਨੂੰ ਬੜੇ ਦੁੱਖ ਦਰਦੇ ਨਾਲ ਕਹਿਣਾ ਪੈਂਦਾ, ਸਾਨੂੰ ਸਿਆਰੀਆਂ ਬਿਹਾਰੀਆਂ ਦਾ ਪਤਾ ਕੋਈ ਨਹੀਂ। ਹੁਣ ਇੱਥੇ ਪਿਆ ਲਿਖਿਆ, ਅਸੀਂ ਪਈਆ ਹੀ ਪੜ੍ਹ ਜਾਂਦੇ। ਨਹੀਂ, ਭੈ ਪਏ ਮਲ ਕੱਟੀਐ, ਨਿਰਮਲ ਹੋਵੇ ਸਰੀਰ। ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਿਰਮਲ ਡਰ ਪੈਦਾ ਹੋ ਜਾਂਦਾ, ਉਹਨਾਂ ਦੀ ਹਉਮੈ ਦੀ ਮੈਲ ਕੱਟੀ ਜਾਂਦੀ, ਉਹਨਾਂ ਦਾ ਸਰੀਰ ਨਿਰਮਲ ਹੋ ਜਾਂਦਾ, ਉਹਨਾਂ ਦੇ ਐਕਸ਼ਨ ਕੰਮ ਕਾਰ ਸਭ ਨਿਰਮਲ ਹੋ ਜਾਂਦੇ। ਅੰਤਰ ਪ੍ਰਗਾਸ ਮਤ ਊਤਮ ਹੋਵੇ, ਹਰ ਜਪ ਗੁਣੀ ਗਹੀਰ। ਉਹਨਾਂ ਦੇ ਅੰਦਰ ਚਾਨਣ ਹੋ ਜਾਂਦੇ, ਸਮਝ ਆ ਜਾਂਦੀ, ਉਹਨਾਂ ਦੀ ਮਤ ਉੱਚੀ ਹੋ ਜਾਂਦੀ, ਔਰ ਉਹ ਹਰ ਦਾ ਜਪ ਕਰਕੇ ਸਿਮਰਨ ਕਰਕੇ ਗੁਣੀ ਗਹੀਰ ਬਣ ਜਾਂਦੇ। ਲਓ ਮਹਾਰਾਜ ਅਖੀਰ 'ਚ ਦੱਸਦੇ ਨੇ, ਭੈ ਵਿੱਚ ਬੈਸੈ ਭੈ ਰਹਿ, ਭੈ ਵਿੱਚ ਕਮਾਵੇ ਕਾਰ। ਉਹ ਜਿੱਥੇ ਵੀ ਬੈਠਦੀ ਭੈ ਵਿੱਚ, ਜਿੱਥੇ ਵੀ ਰਹਿੰਦੀ ਭੈ ਵਿੱਚ, ਜਿਹੜੀ ਵੀ ਕਾਰ ਕਰਦੀ ਭੈ ਵਿੱਚ। ਬਸ ਫਿਰ ਨਤੀਜਾ ਕੀ? ਇੱਥੇ ਸੁੱਖ ਵਡਿਆਈਆਂ, ਦਰਗਾਹ ਮੋਖ ਦੁਆਰ। ਉਹਨੂੰ ਇਸ ਜੀਵਨ ਵਿੱਚ ਸੁੱਖ ਮਿਲਦਾ, ਉਹਦੀ ਸਹੁਰੇ ਪੇਕੇ ਵਡਿਆਈਆਂ ਹੁੰਦੀਆਂ ਨੇ। ਵਾਹਿਗੁਰੂ ਦੀ ਦਰਗਾਹ ਵਿੱਚ ਵੀ ਉਸ ਲਈ ਮੋਕਸ਼ ਦਾ ਦਰਵਾਜ਼ਾ ਖੁੱਲ੍ਹਾ। ਭੈ ਤੇ ਨਿਰਭਉ ਪਾਈਐ, ਮਿਲ ਜੋਤੀ ਜੋਤ ਅਪਾਰ। ਆਖਿਆ ਭੈ ਵਿੱਚ ਹੋਣ ਕਰਕੇ ਹੀ ਨਿਰਭਉ ਦੀ ਪ੍ਰਾਪਤੀ ਹੁੰਦੀ। ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਿਰਮਲ ਭਾਵ ਹੈ, ਉਹ ਕਦੇ ਗਲਤ ਕੰਮ ਨਹੀਂ ਕਰਦੇ। ਭੈ ਤੇ ਨਿਰਭਉ ਪਾਈਐ, ਮਿਲ ਜੋਤੀ ਜੋਤ ਅਪਾਰ। ਉਹ ਫਿਰ ਉਸ ਪਰਮਾਤਮਾ ਜੋ ਅਪਾਰ ਹੈ, ਉਹਦੀ ਜੋਤ ਵਿੱਚ ਮਿਲ ਜਾਂਦੀ। ਨਾਨਕ ਖਸਮੈ ਭਾਵੈ ਸਾ ਭਲੀ, ਜਿਸਨੂੰ ਆਪੇ ਬਖਸ਼ੇ ਕਰਤਾਰ। ਨਾਨਕ ਜੀ ਫਰਮਾਉਂਦੇ ਨੇ, ਭਾਈ ਉਹੀ ਜੀਵ ਇਸਤਰੀ ਭਲੀ ਹੈ, ਚੰਗੀ ਹੈ, ਜੋ ਆਪਣੇ ਖਸਮ ਨੂੰ ਚੰਗੀ ਲੱਗੇ ਔਰ ਜਿਹਨੂੰ ਕਰਤਾਰ ਬਖਸ਼ ਕਰ ਦੇਵੇ। ਮਹਿਲਾ ਤੀਜਾ ਸਦਾ ਸਦਾ ਸਲਾਹੀਐ, ਸੱਚੇ ਕੋ ਬਲ ਜਾਓ। ਆਖਿਆ ਸਦਾ ਸਦਾ ਪਰਮਾਤਮਾ ਦੀ ਸਿਫਤ ਸਲਾਤ ਕਰਨੀ ਚਾਹੀਦੀ। ਸੱਚੇ ਕੋ ਬਲ ਜਾਓ, ਮੈਂ ਉਸ ਸੱਚੇ ਤੋਂ ਬਲਿਹਾਰ ਜਾਂ ਸਦਕੇ ਜਾਂ। ਨਾਨਕ ਏਕ ਛੋੜ ਦੂਜੇ ਲਗੇ, ਸਾ ਜੇਵਾ ਜਲ ਜਾਓ। ਹੁਣ ਦੇਖੋ, ਪਹਿਲਾ ਹੈ ਜਾਓ, ਦੂਜਾ ਹੈ ਜਾਓ। ਸਪੈਲਿੰਗ ਇੱਕੋ ਹੀ ਨੇ। ਉਹਨੂੰ ਜਾਓ ਪੜ੍ਹਨਾ, ਇਹਨੂੰ ਜਾਓ ਪੜ੍ਹਨਾ। ਨਾਨਕ ਏਕ ਛੋੜ ਦੂਜੇ ਲਗੇ। ਨਾਨਕ ਜੀ ਫਰਮਾਉਂਦੇ ਨੇ, ਜਿਹੜੀ ਜੀਵਾ ਇੱਕ ਪਰਮਾਤਮਾ ਦਾ ਸਿਮਰਨ ਛੱਡ ਕੇ ਦੂਜੇ ਪਾਸੇ ਲੱਗਦੀ, ਸਾ ਜੇਵਾ ਜਲ ਜਾਓ, ਉਹ ਜੇਵਾ ਸੜ ਜਾਏ। ਭਾਵ ਉਸ ਜੇਵਾ ਨੂੰ ਸਾੜ ਦਿੱਤਾ ਜਾਏ। ਪਤਾ ਨਹੀਂ ਕਿੰਨੇ ਪ੍ਰਮਾਣ। ਜੇਵਾ ਜਪੇ ਨ ਨਾਮ, ਤਿਲ ਤਿਲ ਕਰ ਕੱਟੀਐ। ਹਰਿ ਹਾਂ ਜਬ ਬਿਸਰੈ ਗੋਬਿੰਦ ਰਾਏ, ਦਿਨੋਂ ਦਿਨ ਘਟੀਐ।
ਪੌੜੀ ਵਿੱਚ ਪਾਤਸ਼ਾਹ ਫਰਮਾਉਂਦੇ, ਅੰਸਾ ਅਵਤਾਰ ਉਪਾਇਓਨ ਭਾਉ ਦੂਜਾ ਕੀਆ। ਆਖਿਆ ਬਹੁਤ ਸਾਰੇ ਅਵਤਾਰ ਦੇਵੀ ਦੇਵਤੇ ਹੋਏ ਜਿਨ੍ਹਾਂ ਨੂੰ ਅੰਸਾ ਅਵਤਾਰ ਮੰਨਿਆ ਜਾਂਦਾ, ਭਾਵ ਜਿਨ੍ਹਾਂ ਵਿੱਚ ਪਰਮਾਤਮਾ ਦੀ ਕੋਈ ਵਿਸ਼ੇਸ਼ ਕਲਾ ਹੁੰਦੀ, ਪਰ ਉਹਨਾਂ ਨੇ ਵੀ ਜੇ ਪਰਮਾਤਮਾ ਦਾ ਪਿਆਰ ਛੱਡ ਦਿੱਤਾ, ਭਾਵ ਦੂਜੇ ਪਾਸੇ ਲੱਗ ਗਏ ਨੇ, ਤੇ ਉਹਨਾਂ ਦੀ ਹਾਲਤ ਇਹ ਹੈ, ਜਿਉਂ ਰਾਜੇ ਰਾਜ ਕਮਾਉਂਦੇ ਦੁੱਖ ਸੁੱਖ ਭਿੜੀਆ। ਜਿਵੇਂ ਰਾਜੇ ਰਾਜ ਕਮਾਉਂਦੇ ਨੇ, ਉਹ ਵੀ ਰਾਜ ਕਮਾਉਣ ਲੱਗ ਪਏ ਔਰ ਆਪਸ ਵਿੱਚ ਲੜਦੇ ਝਗੜਦੇ, ਜਿਨ੍ਹਾਂ ਨੂੰ ਦੇਵਤੇ ਕਹਿੰਦੇ ਨੇ ਉਹ ਵੀ ਲੜਦੇ, ਦੈਂਤ ਵੀ ਲੜਦੇ। ਇਸੇ ਤਰ੍ਹਾਂ ਸਾਰੀਆਂ ਕਹਾਣੀਆਂ ਤੁਸੀਂ ਜਾਣਦੇ ਹੋ, ਪੜ੍ਹਦੇ ਹੋ। ਗੁਰਮਤ ਵਿੱਚ ਉਹਨਾਂ ਨੂੰ ਕੋਈ ਵਿਸ਼ੇਸ਼ ਸਥਾਨ ਨਹੀਂ, ਸਿਰਫ ਜ਼ਿਕਰ ਹੈ। ਅੰਸਾ ਅਵਤਾਰ ਉਪਾਇਓਨ ਭਾਉ ਦੂਜਾ ਕੀਆ। ਜਿਉਂ ਰਾਜੇ ਰਾਜ ਕਮਾਉਂਦੇ ਦੁੱਖ ਸੁੱਖ ਭਿੜੀਆ। ਈਸ਼ਰ ਬ੍ਰਹਮਾ ਸੇਮੰਦੇ ਅੰਤ ਤਿਨੀ ਨਾ ਲਈਆ। ਹੁਣ ਇਹ ਤਿੰਨੇ ਵੱਡੇ ਦੇਵਤੇ ਨੇ, ਸ਼ਿਵ ਜੀ, ਬ੍ਰਹਮਾ ਆਦਿ। ਠੀਕ ਹੈ, ਇਹਨਾਂ ਨੂੰ ਦੇਵਤੇ ਕਿਹਾ ਜਾਂਦਾ, ਪਰ ਇਹਨਾਂ ਨੇ ਵੀ ਪਰਮਾਤਮਾ ਦਾ ਅੰਤ ਨਹੀਂ ਪਾਇਆ। ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟੀਆ। ਆਖਿਆ ਉਹ ਪਰਮਾਤਮਾ ਜੋ ਨਿਰਭਉ ਹੈ, ਜੋ ਨਿਰੰਕਾਰ ਆਕਾਰ ਤੋਂ ਰਹਿਤ ਹੈ, ਜੋ ਅਲਖ ਹੈ, ਨਾ ਲਖਿਆ ਜਾਣ ਵਾਲਾ, ਗੁਰਮੁਖਾਂ ਦੇ ਹਿਰਦੇ ਵਿੱਚ ਉਹ ਪ੍ਰਗਟ ਹੋ ਜਾਂਦਾ। ਭਾਵ ਗੁਰੂ ਦੇ ਦੱਸੇ ਰਾਹ 'ਤੇ ਚੱਲਣ ਵਾਲੇ ਜੋ ਹਨ, ਉਹਨਾਂ ਨੂੰ ਪਰਮਾਤਮਾ ਦੇ ਪ੍ਰਤੱਖ ਦਰਸ਼ਨ ਹੋ ਜਾਂਦੇ ਨੇ। ਤੇ ਤਿੱਥੈ ਸੋਗ ਵਿਜੋਗ ਨਾ ਵਿਆਪਈ ਅਸਥਿਰ ਜਗ ਥੀਆ। ਉਹਨਾਂ ਨੂੰ ਫਿਰ ਕਦੇ ਨਾ ਸੋਗ ਚਿੰਤਾ, ਨਾ ਵਿਜੋਗ ਵਿਛੋੜਾ। ਉਹ ਸਦਾ ਪਰਮਾਤਮਾ ਨਾਲ ਜੁੜੇ ਰਹਿੰਦੇ ਨੇ ਔਰ ਇਸ ਜੱਗ ਵਿੱਚ ਅਸਥਿਰ ਹੋ ਜਾਂਦੇ ਨੇ, ਕਾਇਮ ਹੋ ਜਾਂਦੇ। ਭਾਵ ਰਹਿੰਦੀ ਦੁਨੀਆ ਤੀਕਰ ਉਹਨਾਂ ਦਾ ਨਾਮ ਦੁਨੀਆ ਵਿੱਚ ਕਾਇਮ ਹੈ। ਇਸੇ ਲਈ ਮਹਾਰਾਜ ਸਾਨੂੰ ਰੋਜ਼ ਕਹਿੰਦੇ, ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਦਾਸ ਤੇ ਸਭ ਪ੍ਰੇਮੀਆਂ ਨੂੰ ਪ੍ਰੇਰਦਾ ਹੈ, ਪਿਆਰਿਓ, ਜੇ ਤੁਸੀਂ ਬਹੁਤੀ ਭਗਤੀ ਪਾਠ ਜਾਪ ਨਹੀਂ ਕਰ ਸਕਦੇ, ਇਹ ਤਿੰਨ ਭੱਬੇ ਯਾਦ ਕਰ ਲਓ। ਭੈ ਵਿੱਚ ਬੈਸੈ ਭੈ ਰਹਿ, ਭੈ ਵਿੱਚ ਕਮਾਵੈ ਕਾਰ, ਐਥੈ ਸੁਖ ਵਡਿਆਈਆਂ ਦਰਗਾਹ ਮੋਖ ਦੁਆਰ। ਜਿੱਥੇ ਬੈਠੋ ਉਹਦੇ ਭੈ ਵਿੱਚ ਬੈਠੋ, ਜਿੱਥੇ ਰਹੋ ਉਹਦੇ ਭੈ ਵਿੱਚ ਰਹੋ। ਜਿਹੜੀ ਕਿਰਤਕਾਰ ਤੁਹਾਨੂੰ ਪਰਮਾਤਮਾ ਨੇ ਦਿੱਤੀ ਉਹ ਭੈ ਵਿੱਚ ਕਰੋ। ਅਤੇ ਜਿਹੜਾ ਤਿੰਨ ਭੱਬਿਆਂ ਨੂੰ ਯਾਦ ਕਰੇਗਾ, ਇੱਥੇ ਸੁੱਖ ਵਡਿਆਈਆਂ, ਇਸ ਜੀਵਨ ਵਿੱਚ ਸੁੱਖ ਮਿਲੇਗਾ, ਉਹਦੀਆਂ ਵਡਿਆਈਆਂ ਹੋਣਗੀਆਂ ਔਰ ਪਰਮਾਤਮਾ ਦੀ ਦਰਗਾਹ ਵਿੱਚ ਵੀ ਮੁਕਤੀ ਦਾ ਦਰਵਾਜ਼ਾ ਖੁੱਲ੍ਹਾ ਮਿਲੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।